न्यूयॉर्क स्टूडियो तो मैं गुरचरणजीत ਸਿੰਘ ਲਾਂਬਾ ਫਿਰ ਆਪ ਨੂੰ ਮੁਖਾਤਬ ਹਾਂ। ਸਾਨੂੰ ਖੁਸ਼ੀ ਹੈ ਜਿਵੇਂ ਪਹਿਲੇ ਵੀ ਦੱਸਿਆ ਹੈ ਔਰ ਆਪ ਵੇਖ ਵੀ ਰਹੇ ਹੋ ਕਿ ਗੈਟ ਪੰਜਾਬੀ ਰਾਹੀਂ ਸਾਰੇ ਵਿਸ਼ਵ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਲੱਗਦਾ ਹੈ ਇਹ ਟੈਕਨੋਲੋਜੀ ਵੀ ਗੁਰਬਤ ਦੀ ਸੇਵਾ ਵਿੱਚ ਉਲਰ ਕੇ ਸਾਹਮਣੇ ਆਈ ਹੈ। ਸਾਰੇ ਸੰਸਾਰ ਦੇ ਵਿੱਚ ਜਿੱਥੇ ਗੈਟ ਪੰਜਾਬੀ ਇਸ ਮਹਾਨ ਸਿੱਖ ਡੇ ਪਰੇਡ ਮਹਾਨ ਨਗਰ ਕੀਰਤਨ ਨੂੰ ਗੁਰੂ ਸਾਹਿਬ ਦੀ ਵਡਿਆਈ ਨੂੰ ਉਜਾਗਰ ਕਰ ਰਿਹਾ ਹੈ, ਉੱਥੇ ਟਾਈਮ ਟੀਵੀ ਚੜ੍ਹਦੀ ਕਲਾ ਵੱਲੋਂ ਇਹ ਹਿੰਦੁਸਤਾਨ ਵਿੱਚ ਵੀ ਭਾਰਤ ਵਿੱਚ ਵੀ ਇਹ ਪ੍ਰੋਗਰਾਮ ਲਾਈਵ ਵਿਖਾਇਆ ਜਾ ਰਿਹਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਤਾ ਗੱਦੀ ਪ੍ਰਕਾਸ਼ ਦਿਵਸ ਔਰ ਗੁਰਤਾ ਗੱਦੀ ਤਕਰੀਬਨ 104 ਸਾਲਾਂ ਦਾ ਵਕਫਾ ਦੋਨਾਂ ਦੇ ਵਿੱਚ। ਸਭ ਤੋਂ ਪਹਿਲਾਂ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਖੁਦ ਕੀਤਾ ਔਰ ਬਾਬਾ ਬੁੱਢਾ ਜੀ ਨੂੰ ਗ੍ਰੰਥ ਦੀ ਤਾਬਿਆ ਗ੍ਰੰਥੀ ਲਾਇਆ। ਗ੍ਰੰਥ ਦੀ ਤਾਬਿਆ ਬਾਬਾ ਬੁੱਢਾ ਜੀ ਦੀ ਕੁਆਲੀਫਿਕੇਸ਼ਨ, ਉਹਨਾਂ ਦੀ ਲਿਆਕਤ ਇਸ ਤੋਂ ਹੀ ਪਤਾ ਲੱਗਦੀ ਹੈ। ਪਰ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਖੁਦ ਗੁਰੂ ਗ੍ਰੰਥ ਸਾਹਿਬ ਦੇ ਆਦਿ ਗ੍ਰੰਥ ਸਾਹਿਬ ਦੇ ਉਹਦੀ ਤਾਬਿਆ ਨਹੀਂ ਬੈਠੇ, ਬਲਕਿ ਥੋੜਾ ਹਟ ਕੇ ਬੈਠੇ ਤਾਂ ਕਿ ਜਿਸਨੇ ਨਮਸਕਾਰ ਕਰਨੀ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਰੇ, ਕਿਧਰੇ ਭੁਲੇਖਾ ਨਾ ਪੈ ਜਾਏ ਕਿ ਮੈਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਨਮਸਕਾਰ ਕਰ ਰਿਹਾ ਹਾਂ। ਔਰ ਫਿਰ ਜਿਹੜਾ ਪਹਿਲਾ ਹੁਕਮਨਾਮਾ ਆਇਆ ਉਹ ਹੁਕਮਨਾਮਾ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣੇ ਆਇਆ ਰਾਮ। कितना विचित्रता है। और जिस वेले गुरु गोबिंद सिंह साहब ने 7 अक्तूबर 1708 ਨੂੰ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ, ਦਰਅਸਲ ਇਹ ਰਹੱਸਵਾਦ ਦਾ ਇੱਕ ਕਰਿਸ਼ਮਾ ਹੈ, ਇੱਕ ਮੁਜੱਸਮਾ ਹੈ, ਇੱਕ ਮੁਅੱਜ਼ਜ਼ਾ ਹੈ, ਕਰਾਮਾਤ ਹੈ ਕਿ ਗੁਰਤਾ ਗੱਦੀ ਤਾਂ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ ਕਿਉਂਕਿ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਪਿਤ ਕੀਤੀ। ਇਹ ਬਹੁਤ ਹੀ ਕਮਾਲ ਦੀ ਗੱਲ ਹੈ। ਔਰ ਜਦੋਂ ਗੁਰਤਾ ਗੱਦੀ ਦਿੱਤੀ, ਨਮਸਕਾਰ ਕੀਤੀ, ਤਾਂ ਉਸ ਵੇਲੇ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਬਾਅਦ ਜੋ ਹੁਕਮਨਾਮਾ ਆਇਆ ਉਹ ਸੀ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ श्रम थाका पाए विश्रामा मिट गई सगली ताई अब मोहे जीवन पदवी पाई। दरअसल बाणी ही गुरु है, गुरु ही बाणी है, वाहो वाहो बाणी निरंकार है, आप नारायण कलाधार जग मह परवरियो। गुरु नानक पातशाह खुद नारायण का सरगुण स्वरूप सन। उन्हां दे अंदर अकाल पुरख की जोत सी। जलते उपत भई है कासट कासट अंग तरावे गो, हम पाथर लोह लोह बड़ पाथर गुर संगत नाव तरावे गो। जो सत संगत तरयो जुलाहो संत जना मन भावे गो, खरे खरोए बैठत ऊठत मार्ग पंथ ध्यावे गो। सतगुर बचन बचन है सतगुर पादर मुक्त जनावे गो। गुर प्रसादी होमे बूझे गुरमत नाम तो गुरमत नाम समावे गो। दरअसल गुरु नानक पातशाह जोत रूप हर आप सतगुर सच्चे पातशाह दी अपनी बाणी है। जोत रूप हर आप गुरु नानक कहायो। साहिब श्री गुरु ग्रंथ साहिब दे बचन है कि आप अकाल पुरख ने जोत रूप हर आप गुरु नानक कहायो। तांते अंगद भयो तत् स्यों तत् मिलायो, अंगद कृपा तार अमर सतगुर थिर कियो। अमरदास अमृत छत्र गुरु रामै दियो, गुरु रामदास दर्शन परस कह मथरा अमृत बैण। मूरत पंच प्रमाण पुरख गुर अर्जन पिख्यो नैण। जदों ओही गुरु नानक साहब ने जिहड़ी उन्हां दे कोल जोत भी सी जुगत भी सी, ਉਹ ਜੋਤ ਗੁਰੂ ਨਾਨਕ ਸਾਹਿਬ ਨੂੰ ਕਿੱਦਾਂ ਪ੍ਰਾਪਤ ਹੋਈ? ਅਕਾਲ ਪੁਰਖ ਬਾਣੀ ਨਿਰੰਕਾਰ ਦਾ ਜਿਹੜਾ ਆਪ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਉਹ ਬਾਣੀ ਗੁਰੂ ਨਾਨਕ ਸਾਹਿਬ ਦੇ ਅੰਦਰ ਜਦੋਂ ਸਥਾਪਿਤ ਹੋਈ ਪਰਾ ਰੂਪ ਦੇ ਵਿੱਚ, ਪਰਾ
ਅਜੇ ਉਸ ਦਾ ਕੋਈ ਸ਼ਬਦ ਨਹੀਂ ਹੁੰਦਾ। ਜਿਵੇਂ ਕੋਈ ਪੁੱਲ ਬਣਨ ਤੋਂ ਪਹਿਲਾਂ, ਕਿਸੇ ਚੀਜ਼ ਦੀ ਈਜਾਦ ਹੋਣ ਤੋਂ ਪਹਿਲਾਂ ਇੱਕ ਅੰਦਰ ਅਜੇ ਫੁਰਨੇ ਤੋਂ ਵੀ ਜਿਹੜੀ ਪਹਿਲੀ ਅਵਸਥਾ ਹੈ ਉਹਨੂੰ ਪਰਾ ਰੂਪ ਕਿਹਾ ਜਾਂਦਾ ਹੈ। ਪਰ ਜਦੋਂ ਉਸ ਦਾ ਕੁਝ ਸਰੂਪ ਬਣ ਜਾਂਦਾ ਹੈ, ਉਹ ਪਰਾ ਤੋਂ ਬਾਅਦ ਪਸ਼ਯੰਤੀ ਰੂਪ ਹੁੰਦਾ ਹੈ। ਜਿਵੇਂ ਇੱਕ ਕਾਰ ਹੈ, ਕਾਰ ਨੂੰ ਅਨਪੜ੍ਹਿਆ ਵੇਖੇ, ਪੜ੍ਹਿਆ ਵੇਖੇ, ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਰਹਿਣ ਵਾਲਾ ਵਿਅਕਤੀ ਵੇਖੇ, ਲਫ਼ਜ਼ ਨਹੀਂ ਹੋਣਗੇ, ਸ਼ਬਦਾਂ ਦੀ, ਭਾਸ਼ਾ ਦੀ ਸਾਂਝ ਨਹੀਂ ਹੋਏਗੀ, ਪਰ ਉਹ ਉਸ ਗੱਲ ਨੂੰ ਵੇਖ ਕੇ ਜੋ ਚਿਤਰਣ ਕਰਦਾ ਹੈ ਉਹ ਸਾਰਿਆਂ ਦਾ ਸਮਾਨ ਹੋਏਗਾ। ਇਹੀ ਪਰਾ ਰੂਪ ਹੈ। ਗੁਰੂ ਸਾਹਿਬ ਨੇ ਵੀ ਧਰਮਾਂ ਦੇ ਇਸ ਪਰਾ ਰੂਪ ਨੂੰ ਅਕਾਲ ਪੁਰਖ ਦਾ ਨਿਜ ਰੂਪ ਕਿਹਾ। ਜਦੋਂ ਪਰਾ ਰੂਪ ਦੇ ਵਿੱਚ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਉਸ ਸਰੀਰ ਦੇ ਅੰਦਰ, ਉਸ ਜੁਗਤ ਦੇ ਅੰਦਰ ਸਥਾਪਿਤ ਹੋਇਆ, ਔਰ ਉਸ ਤੋਂ ਬਾਅਦ ਪਸ਼ਯੰਤੀ ਰੂਪ ਵਿੱਚ ਥੋੜ੍ਹਾ ਜਿਹਾ ਖਾਕਾ ਹੋਇਆ, ਔਰ ਫਿਰ ਮਧਮਾ, ਜਦੋਂ ਗਲੇ ਤੋਂ ਥੱਲੇ ਲਫ਼ਜ਼ ਹੁੰਦੇ ਆ, ਅਜੇ ਅੱਖਰ ਨਹੀਂ ਬਣਦੇ, ਪਰ ਜਦੋਂ ਅੱਖਰ ਬਣ ਕੇ ਬਾਹਰ ਨਿਕਲੇ, ਗੁਰੂ ਸਾਹਿਬ ਨੇ ਬੈਖਰੀ ਰੂਪ ਵਿੱਚ ਉਹ ਬਾਣੀ ਰਚੀ। ਉਹ ਬਾਣੀ ਮੁਖਾਰਬਿੰਦ ਤੋਂ ਨਿਕਲੀ। ਪੁਰਾਤਨ ਸਮੇਂ ਦੇ ਵਿੱਚ ਇੱਕ ਆਮ ਗੱਲ ਹੁੰਦੀ ਸੀ ਕਿ ਮਹਾਂਪੁਰਸ਼ ਆਪਣਾ ਸੀਤ ਪ੍ਰਸ਼ਾਦ ਜਾਂ ਜੂਠਾ ਕਿਸੇ ਦੇ ਮੂੰਹ ਵਿੱਚ ਪਾਉਂਦੇ ਸੀ। ਪਰ ਭਾਈ ਗੁਰਦਾਸ ਜੀ ਕਹਿੰਦੇ ਹੈ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਮਾਲ ਦੀ ਗੱਲ ਕੀਤੀ। ਉਹਨਾਂ ਨੇ ਜਿਹੜੀ ਅਕਾਲ ਪੁਰਖ ਨੇ ਉਹਨਾਂ ਦੇ ਅੰਦਰ ਪਰਾ ਰੂਪ ਦੇ ਵਿੱਚ ਉਹ ਬਾਣੀ, ਉਹ ਸ਼ਬਦ ਜੋ ਸਥਾਪਿਤ ਕੀਤਾ, ਗੁਰੂ ਨਾਨਕ ਸਾਹਿਬ ਨੇ ਉਸ ਨੂੰ ਪਰਾ ਪਸ਼ੰਤੀ ਮਧਮਾ ਤੋਂ ਹੁੰਦਿਆਂ ਹੋਇਆਂ ਬੈਖਰੀ ਰੂਪ ਵਿੱਚ, ਅੱਖਰਾਂ ਦੇ ਰੂਪ ਵਿੱਚ ਮੂੰਹ ਚੋਂ ਕੱਢ ਕੇ ਗੁਰਸਿੱਖਾਂ ਦੇ ਮੂੰਹ ਵਿੱਚ ਪਾਇਆ। ਇਹ ਮੁਜੱਸਮਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰ ਦੇ ਹੁੰਦਿਆਂ ਉਹ ਜਿਹੜੀ ਜੋਤ ਸੀ ਉਹ ਗੁਰੂ ਅੰਗਦ ਦੇਵ ਜੀ ਵਿੱਚ ਸਥਾਪਿਤ ਕੀਤੀ। ਗੁਰੂ ਨਾਨਕ ਸਾਹਿਬ ਦਾ ਸਰੀਰ ਵੀ ਗੁਰੂ ਸੀ ਔਰ ਉਹਨਾਂ ਦੀ ਜੋਤ ਸ਼ਬਦ ਵੀ ਗੁਰੂ ਸੀ। ਸਾਡੇ ਮੂੰਹੋਂ ਨਿਕਲੇ, ਕਿਸੇ ਹੋਰ ਵੀ ਵਿਅਕਤੀ ਦੇ ਮੂੰਹੋਂ ਨਿਕਲੇ ਲਫ਼ਜ਼ ਤਾਂ ਉਹ ਸ਼ਬਦ ਗੁਰੂ ਹੋਏਗਾ, ਪਰ ਉਹ ਵਿਅਕਤੀ ਗੁਰੂ ਨਹੀਂ ਹੋਏਗਾ। ਇਹ ਨੁਕਤਾ ਸਮਝਣ ਵਾਲਾ ਹੈ। ਗੁਰੂ ਨਾਨਕ ਸਾਹਿਬ ਦਾ ਸਰੀਰ ਵੀ ਗੁਰੂ ਸੀ, ਸ਼ਬਦ ਵੀ ਗੁਰੂ ਸੀ। ਇਸ ਤੋਂ ਬਾਅਦ ਕਿਸੇ ਹੋਰ ਦੇ ਮੂੰਹ ਤੋਂ ਨਿਕਲਣ ਵਾਲਾ ਸ਼ਬਦ ਤਾਂ ਗੁਰੂ ਹੋਏਗਾ, ਪਰ ਉਹ ਵਿਅਕਤੀ ਗੁਰੂ ਨਹੀਂ ਹੋਏਗਾ, ਉਹ ਸਿੱਖ ਹੀ ਹੋ ਸਕਦਾ ਹੈ। ਸੋ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ 'ਚ ਰੱਖੀ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ 'ਚ ਰੱਖੀ। ਇਹ 9 ਜਾਮਿਆਂ ਤੋਂ ਹੁੰਦਿਆਂ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਪਿਤ ਕੀਤੀ। ਹੁਣ ਚੂੰਕਿ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜੁਗਤੀ ਖਾਲਸੇ ਵਿੱਚ ਹੈ, ਔਰ ਗੁਰੂ ਗ੍ਰੰਥ ਸਾਹਿਬ ਹੁਣ ਇਹ ਜੋਤ ਕਿਸੇ ਹੋਰ ਵਿੱਚ ਤਬਦੀਲ ਨਹੀਂ ਕਰ ਸਕਦੇ। ਇਸ ਲਈ ਜੁਗੋ ਜੁਗ ਅਟਲ ਹੈ। ਕਿਉਂ ਨਹੀਂ ਕਰ ਸਕਦੇ? ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਕਿਉਂ ਨਹੀਂ ਕਰ ਸਕਦੇ? ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਗਏ ਸੀ ਤਾਂ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਰੱਬ ਸਭ ਕੁਝ ਕਰ ਸਕਦਾ ਹੈ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਿਹਾ, ਮੈਂ ਨਹੀਂ ਮੰਨਦਾ, ਰੱਬ ਸਭ ਕੁਝ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ, ਆਂ ਖੁਦਾਮ ਸੇ ਅਸਤ ਕੇ ਖੁਦ ਖੁਦਾਏ, ਖਲੇ ਪੈਦਾ ਨਵੇਂ ਸ਼ਬਦ। ਉਹ ਕਿਹੜੀ ਚੀਜ਼ ਹੈ ਰੱਬ ਪੈਦਾ ਕਰਨੀ ਚਾਹੇ ਨਹੀਂ ਕਰ ਸਕਦਾ? ਗੁਰੂ ਨਾਨਕ ਸਾਹਿਬ ਨੇ ਮੁਸਕਰਾ ਕੇ ਕਿਹਾ ਸੀ, ਆਂ ਖੁਦਾਮ ਸੇ ਅਸਤ ਕੇ ਖੁਦ ਖੁਦਾਏ, ਖੁਦਾਏ ਦੀਗਰ ਪੈਦਾ ਨਵੇਂ ਸ਼ਬਦ। ਜੇ ਰੱਬ ਚਾਹੇ ਮੈਂ ਇੱਕ ਰੱਬ ਹੋਰ ਪੈਦਾ ਕਰ ਲਵਾਂ, ਨਹੀਂ ਕਰ ਸਕਦਾ। ਰੱਬ ਵੀ ਅਸਮਰਥ ਹੈ। ਗੁਰੂ ਗ੍ਰੰਥ ਸਾਹਿਬ ਸਰਬ ਕਲਾ ਸਮਰੱਥ ਹੈ, ਪਰ ਆਪਣੀ ਜੋਤ ਕਿਸੇ ਹੋਰ ਵਿੱਚ ਸਥਾਪਿਤ ਨਹੀਂ ਕਰ ਸਕਦੇ। ਇਹ ਜੁਗੋ ਜੁਗ ਅਟਲ ਹੈ, ਇਹ ਸਦੀਵੀ ਹੈ, ਇਹ ਹਮੇਸ਼ਾ ਹਮੇਸ਼ਾ ਲਈ ਹੈ। ਇਹੀ ਕਰਿਸ਼ਮਾ ਹੈ, ਇਹੀ ਮੁਜੱਸਮਾ ਹੈ। ਇਸ ਲਈ ਲੋੜ ਹੈ ਸਮਝਣ ਦੀ। ਅੱਜ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਮਨਾਉਣ ਦੀ, ਗੁਰਤਾ ਗੱਦੀ ਦੇ ਉੱਤੇ ਇਸ ਦੇ ਸਮਾਗਮ ਰਚਣ ਦੀ ਪਹਿਲੇ ਨਾਲੋਂ ਵੱਧ ਲੋੜ ਹੈ, ਕਿਉਂਕਿ ਹੁਣ ਪਹਿਲੇ ਨਾਲੋਂ ਵੱਧ ਭੇਖੀ ਗੁਰੂ ਪ੍ਰਗਟ ਹੋ ਰਹੇ ਹਨ। ਅੱਜ ਭੇਖੀ ਗੁਰੂਆਂ ਦੀਆਂ ਲਾਈਨਾਂ ਕਤਾਰਾਂ ਲੱਗ ਗਈਆਂ ਹਨ, ਨਾ ਕੇਵਲ ਇਸ ਗੱਲ ਨੂੰ ਸਮਝਣ ਦੀ, ਬਲਕਿ ਉਸ ਸਿਧਾਂਤ ਨੂੰ ਵੀ, ਔਰ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਜਦੇ ਕਰਨ ਦੀ। जिस दर पे झुके सर ना उसे दर नहीं कहते, जो हर जहाँ पे झुक जाए उसे सर नहीं कहते। स्टूडियो दे विचों तुहाडे फिर रूबरू हाँ, जिहड़ा महान नगर कीर्तन सतगुर सच्चे पातशाह साहिब श्री गुरु ग्रंथ साहिब जी की गुरता गद्दी नूं समर्पित
जो आप जी उस नगर कीर्तन विच शामिल हो रहे हो, भावें फिजिकली सरीरक रूप विच नहीं हुंदियां होइयां भी मन करके तुसी उत्थे जुड़ सकते हो और इस टैक्नोलॉजी दे राही उत्थे दे उस सारे नज़ारे नूं तुसी खुद वेख सकते हो। दरअसल जो सतगुरु गुरु ग्रंथ साहिब की महानता की गल चल रही सी, जदों गुरु गोबिंद सिंह साहब ने दमदमा साहब दे विच अंतर ध्यान हो के मुड़ गुरु ग्रंथ साहिब नूं दोबारा भाई साहब भाई मनी सिंह जी दे कर कमलों तो उन्हां दी कलम तो जदों उन्होंने लिखवाया और फिर उसे नूं मुड़ स्थापित किया। ਗਿਆਨੀ ਮਾਨ ਸਿੰਘ ਚੌਰ बड़ी सोहनी गल करिया करते सन। वो कहते सन ये जिहड़े गुरु बने है ये एक काम करन, ये एक चिट्ठी आप लिखण, अपने हत्थी लिखण और उस चिट्ठी नूं मूंदी मार देण और उहदे बाद लफज ब लफज वो चिट्ठी मुड़ दोबारा लिखा देण तां मैं इन्हां नूं मन लवांगा। ये समझ नहीं आती कि इतना महान विरसा, इतना महान खजाना हुंदियां होइयां भी साडे अंदर फिर क्यों गरीबी, मुफलसी या जर्जरता क्यों है। शायद वो वार्ता याद आती है, एक बहुत ही अमीर बाप दे बच्चे उसनों उन्हां दे अंदर गरीबी छा गई, उन्हां दे घर विच गरीबी छा गई, पर जदों काफ़ी चिर बाद उन्होंने आपस में सलाह की कि बाप दा एक संदूक पिया है, वो खोल के वेखीए। जदों उसनूं खोलिया तो उस दे विच खजाना सी। प्यू दादे का खोल डिठा खजाना। दरअसल गुरु साहब ने सानू ये जो महान बख्शिश की है, जो इलाही बख्शिश की है, जो खजाना बख्शिश किया है, असी इसनूं केवल लोक गीत ना समझिए। लोक जाने ये गीत है, ये तो ब्रह्म विचार, कोई गावे को सुने कोई करे विचार। ये जो महान खजाना है, इसनूं ये जो वस्तु है, थाल विच तिन वस्तु पई हो, सत संतोख विचारो। पर नाल ये भी है, जे को खावे जे को पुंचे तिसका होए उधारो, ये वस्त जी न जाई। पर इतना कुछ हो के भी साहिब श्री गुरु ग्रंथ साहिब दे विच इंसान नूं इंसान ही नहीं देवते बनाण दी भी समर्था है। पर इस दे बाद इस दे विच सब कुछ नहीं है। इस ते हैरानी ना होए, इस दे विच सारा कुछ नहीं है। गुरु ग्रंथ साहिब दे विच भी सब कुछ नहीं है। अगर जे कोई इहदे विचों लभना चाहे, स्वर्ग ते नरक लभना चाहे, नहीं है। ये बागे फिरदौस मंजिल है थके हारों की, ठहर जाएं ठहरने वाले हम तो सफ़र करते हैं। नरक सुरग दोनों तो रखिया, इन्हां दोनों तो वख है साडी मंजिल। ਇਹਦੇ ਵਿੱਚ ਟੂਣੇ ਟਾਮਣ नहीं है। जे को ਲੱਭਣਾ ਚਾਹੇ ਇਹਦੇ ਵਿੱਚ ਉਹ ਟੂਣੇ ਲੱਭ ਜਾਣ, ਟਾਮਣ ਲੱਭ ਜਾਣ, नहीं ਲੱਭਣਗੇ। गुरु साहब ਸਮਰੱਥ नहीं है। जे को ਇਹਦੇ ਵਿੱਚੋਂ ਜੰਤਰ ਮੰਤਰ ਲੱਭਣਾ ਚਾਹੇ ਉਹਦੇ ਵਿੱਚੋਂ नहीं ਲੱਭਣਗੇ। जे को ਸਰਾਪ ਅਪਸ਼ਗਨ ਲੱਭਣਾ ਚਾਹੇ नहीं ਲੱਭਣਗੇ। ਇਹ ਤਾਂ ਕੇਵਲ ਰੱਬ ਦੀ ਗੱਲ ਹੈ, ਇਹ ਤਾਂ ਅਕਾਲ ਪੁਰਖ ਦੀ ਗੱਲ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ महाराज ਨੂੰ ਇੱਕ ਦਫਾ ਭਾਈ ਮਰਦਾਨਾ जी ने कहा सी, कितनी नेड़ता है, कितनी निगता है, कितना प्यार है। कहन लगे, बाबा तेरा मेरा बहुता फर्क नहीं। कमाल दी गल है। एक सिख गुरु नूं मुखातब होके कह रहा है, बाबा तेरा मेरा बहुता फर्क नहीं, तू खुदा दा डूम मैं तेरा डूम। 10वें जामे विच यही गल गुरु गोबिंद सिंह साहब ने सिखां नूं कही सी, या मैं भेद ना रंच पछानो, मेरे तुहाडे विच कोई फर्क नहीं। पहले जामे विच सिख गुरु नूं कह रहा है कि मेरे और तुहाडे और मेरे विच कोई फर्क नहीं, और 10वें जामे च गुरु कह रहा है, या मैं भेद ना रंच पछानो, तुहाडे और मेरे विच कोई फर्क नहीं। इत्थे ही नहीं, सतगुरु बख्शिश करदियां गुरु गोबिंद सिंह साहब कहते हैं, इन्हीं की कृपा के सजे हम हैं, नहीं मौसों गरीब करोड़ परे। और जदों वड्डे घल्लूकारे दे बाद जदों एक ऐसे हालात आ गए जिस वेले लगा कि वाकई ही वो अकाली पंथ हुण वाकई बड़े वड्डे खतरे विच है, इतिहास विच वो सुनहरी वर्के अंकित है। उन्हां सिंघां ने
गुरु ग्रंथ साहिब दा अखंड पाठ कीता। उस जंगल दे विच अखंड पाठ कीता और अरदासीए सिंह ने, जथेदार ने जदों अरदास कीती, उस अरदास दे लफज की सी, अल्फाज की सी, शब्द की सन। उन्होंने कहा, हे गुरु ग्रंथ साहिब, असी सानू तसल्ली है कि अज पंथ चो कोई खोट नहीं रहा, जो है वो निरोल तत् खालसा है। हे सतगुर सच्चे पातशाह गुरु ग्रंथ साहिब, पर एक गल याद रख, जे असी ना रहे तैनू कौन पुछेगा। जे तू अपने आप नू बचाना चाहता है फिर सानू बचा लै। जदों सिख गुरु की खातर जीना चाहे, ये निशाना है। पंथ ना रहा तो ग्रंथ को कौन मानेगा था। अज फिर कहण विच कोई अतकथनी नहीं कि जे गुरु ग्रंथ साहिब की अजमत नूं, गुरु ग्रंथ साहिब के बराबर अगर फिर गद्दियां लग रही हैं, फिर अपने आप नूं गुरु कहा जा रहा है, फिर अपने आप नूं गुरु कह के प्रचारिया जा रहा है और सिक्खी स्वरूप दे विच गल कीती जा रही है, इहदा मतलब पंथ है पर अवेसला है या नींद विच है। ये गल बहुत ही विचारन वाली है। गुरता गद्दी गुरु ग्रंथ साहिब दी अगर किसी बादशाह दे हुंदियां कोई दूसरा अपने आप नूं बादशाह ऐलाने, तो फिर की ये बर्दाश्त किया जाएगा? कि ये सही है? गुरु ग्रंथ साहिब दी जदों असी गल करते हाँ, इसनूं समझ लेना चाहिए कि ये केवल एक कविता नहीं है, केवल एक पोइट्री नहीं है, केवल कोई इबारत नहीं है। ए तां हों आपो बोल ना जानदा, मैं कहा सब हुक्माओ जियो, ये अकाल पुरख तुर की बाणी है। इस दे विच और प्रतख गुरु दे विच कोई फर्क नहीं। सतगुर की बाणी सत सत कर जानो गुर सिखो, हर करता आप मोह कढ़ाए। अते गुरबाणी इस जग में चानण है। बाणी गुरु, गुरु है बाणी, विच बाणी अमृत सारे, गुरबाणी कहे सेवक जन मानै, प्रतख गुरु निस्तारे। गुर परमेसर एको जान, अते पार ब्रह्म गुर नाही भेद। अज गुरु ग्रंथ साहिब दे विच अज दे महान दिवस ते जदों गुरु गोबिंद सिंह साहब ने गुरु ग्रंथ साहिब दे विच उन्होंने वो जोत रखी, अपनी जोत गुरु ग्रंथ साहिब विच रखी और जुगती उन्होंने खालसे दे विच रख दिती। चमर तख्त दा मालक एक है, गुरु ग्रंथ साहिब है। बिल्कुल इसे रूप विच अगर इसनूं समझिया जाए कि ग्रंथ और पंथ ये दो पैरामीटर्स हैं, इन्हां दे अंदर अगर सिख ने अपनी जीवन जाच नूं काढ़ लिया, जेकर सिख ने अपनी जीवन जाच नूं बना लिया, तां फिर ये गल पूरी हो सकती है। तां गुरु साहब दा असी उस मिशन नूं समझ सकते हाँ। गुरु ग्रंथ साहिब दा गुरता गद्दी मनाया जाना, प्रकाश दिवस मनाया जाना अहम है, महत्वपूर्ण है, पर उसके नाल नाल गुरु केवल गुरु ग्रंथ साहिब है, होर कोई नहीं है। इसके अलावा होर कोई गुरु नहीं हो सकता। आओ तुहानूं मुड़ वापस यूबा सिटी ले जा रहे हैं, जिथे वो शाही नगर कीर्तन का वो नज़ारा असी खुद भी वेख रहे हाँ टीवी की स्क्रीन के उत्ते, और तुहानूं भी उस दे नाल रूबरू कर रहे हैं।